ਤੇ ਫਿਰ ਆਪਾਂ ਦੋ ਮਾਜੀ ਪਿੰਡਾਂ ਦਾ ਆ ਧੱਜਾ ਧੁਜਾ ਸਾਰੀਆਂ ਜਿਹੜੀਆਂ ਨੇ ਇਹ ਕਵਰ ਕਰਨਾ ਸੀ। अपने कच्चे दरवाजे नहीं कड्ढा हनुमान का वो चीज वो खेड़ा है इत्थों का खेड़ा जो भाई मूल चंद नहीं भाई मैंने पुछना कहते थोड़ा है तो खेड़ा कच्चे दरवाजे। ਹੈਲੋ ਮਾਸੀ ਦਾ ਛਾਜਲੀ ਆ ਬਾਬਾ ਜੀ ਨੇ ਜਿਹੜਾ ਜੰਡ ਕੱਢਿਆ ਸੀ ਉੱਥੇ ਖੜੇ ਹੋਏ ਆ। ਨਾ ਨਾ ਕੁਝ ਨਹੀਂ, ਮੈਂ ਤੈਨੂੰ ਮੁੜ ਤਾਂ ਸਿੱਧਾ ਆ ਜਾ ਤੂੰ ਜਿਹੜਾ ਉਹਦੇ ਸਮਾਨ ਵੀ ਦੇ ਹੋਰ ਨਾ ਪੱਖੇ ਪਈ ਦੇਰ ਲੱਗੂਗਾ। ਸਿੱਧਾ ਆ ਜਾ ਸਿੱਧਾ ਹੋ ਖੁੱਲੋ ਲੈ ਲੈ ਤੂੰ ਪਾਉਂਦਾ ਹੈ ਇਹ ਪੈਦਾ ਕਿਤੇ पूरे पूरे गए कर नहीं था हाँ होना आदमी सारे पश्चिमी कंडे धालीवाल पट्टी है इन्ना वाला बनता है। उन्होंने डॉक्टर फौजा सिंह ने और सारे ने किया है। चलो जी ਅੱਜ ਆਪਾਂ ਛਾਜਲੀ ਪਿੰਡ ਜੋ ਸੰਗਰੂਰ ਜ਼ਿਲ੍ਹੇ ਦਾ ਬਹੁਤ ਵੱਡਾ ਪਿੰਡ ਹੈ ਉਹਦੇ ਵਿੱਚ ਬਾਬਾ ਜੀ ਦੀ ਯਾਦਗਾਰ ਜਿੱਥੇ ਬਾਬਾ ਜੀ ਨੇ ਜੰਡ ਕੱਢ ਕੇ ਇਸ ਪਿੰਡ ਦੀ ਜਿਹੜੀ ਹੈਗੀ ਹੈ ਸਥਾਪਨਾ ਰੱਖੀ ਸੀ ਉੱਥੇ ਖੜੇ ਆ। ਇਸ ਪਿੰਡ ਨੂੰ ਪਹਿਲਾਂ ਮੁਕੰਦਰ ਰਾਏ ਨੇ ਵਸਾਉਣ ਦੀ ਕੋਸ਼ਿਸ਼ ਕੀਤੀ ਸੀ। ਹਿਸਟਰੀ ਦੱਸਦੀ ਹੈ ਵੀ ਉਹ ਪਿੰਡ ਵਾਰ-ਵਾਰ ਵੱਖ-ਵੱਖ ਵਜ੍ਹਾ ਕਰਕੇ ਉਜੜ ਜਾਂਦਾ ਸੀਗਾ। ਜਦੋਂ ਇੱਥੇ ਭਾਈ ਮੂਲ ਚੰਦ ਸਾਹਿਬ ਆਏ ਉਹ ਬਹੁਤ ਵੱਡੇ ਫਕੀਰ ਸੀਗੇ, ਬੜੀ ਰੂਹਾਨੀ ਤਾਕਤ ਸੀ ਉਹਨਾਂ ਦੇ ਵਿੱਚ ਤੇ ਉਹਨਾਂ ਨੇ ਇਸ ਪਿੰਡ ਦੀ ਜਿਹੜੀ ਹੈਗੀ ਹੈ ਮੋੜੀ ਗੱਡੀ ਜੰਡ ਜੋ ਅੱਜ ਬਹੁਤ ਵੱਡਾ ਜੰਡ ਬਣ ਚੁੱਕਿਆ ਹੈ। ਇੱਥੇ ਢਾਲੀਵਾਲ ਪੱਤੀ ਵਿੱਚ ਇਹ ਢਾਬ ਦੇ ਉੱਤੇ ਮੋੜੀ ਗੱਡੀ ਸੀ ਤੇ ਬਾਬਾ ਭਾਈ ਮੂਲ ਚੰਦ ਨੇ ਵਚਨ ਫਰਮਾਏ ਸੀ ਕਿ ਜਿੱਥੇ ਤੱਕ ਇਸ ਦੇ ਕੰਡੇ ਜਾਣਗੇ ਇਸ ਜੰਡ ਦੇ ਉੱਥੋਂ ਤੱਕ ਇਹ ਪਿੰਡ ਵਸਦਾ ਜਾਏਗਾ। ਅੱਜ ਇਹ ਡਿਸਟ੍ਰਿਕਟ ਸੰਗਰੂਰ ਦਾ ਬਹੁਤ ਹੀ ਵੱਡਾ ਪਿੰਡ ਹੈ ਤੇ ਇੱਥੋਂ ਦੇ ਲੋਕਾਂ ਨੇ ਕਾਫੀ ਤਰੱਕੀ ਕੀਤੀ ਹੈ। ਇੱਥੇ ਅੱਜ ਵੀ ਉਹ ਜੰਡ ਮੌਜੂਦ ਹੈ, ਤੁਸੀਂ ਦੇਖ ਸਕਦੇ ਹੋ। ਇੱਥੇ ਹਰ ਸਾਲ ਪੰਚਾਇਤ ਹੈ ਜਿਹੜੀ ਉਹ ਬਾਬਾ ਜੀ ਦੀ ਯਾਦ ਦੇ ਵਿੱਚ ਸ਼ਰਧਾ ਦੇ ਰੂਪ 'ਚ ਆਪਣਾ ਚਿੱਟੇ ਝੰਡੇ ਚੜਾਉਂਦੀ ਹੈ ਤੇ ਇਹ ਜੰਡ ਅੱਜ ਵੀ ਹਰਾ ਭਰਾ ਖੜਾ ਹੈ। ਸੋ यादगार नगर खेड़ा बाबा भाई मूल चंद साहब जी पत्ती ढालीवाल शाजली जिस स्थान ते असीं खलोते हुए हैं ये शाजली दा ओ पवित्र इतिहासक स्थान है जिथे अज तो घट्टो घट 250-300 साल पहला मालवे दे महान दरवेश भाई मूल चंद ने जंड दी सुक्की मोड़ी गड्डी सी ते ये वचन कीता सी कि जदों ये जंड हरा हो जाएगा जिथों तक इसके कंडे जाएंगे उस तक इस पिंड फैलेगा। ये जंडी भाई मूल चंद साहब ने आप गड्डी सी परंतु पिंड का नाम अपने श्रद्धालु छज्जू के नां ते रखिया सी। पहला इहदा नां छज्जू वाली होया करदा सी, हौली हौली उचारण के लहजे नाल ये पिंड शाजली बन गया। शाजली पिंड की महत्ता इस करके है कि इसकी सरपरस्ती मालवे के महान दरवेश भाई मूल चंद जी दे नाल जुड़ी हुई है। भाई मूल चंद मालवे का वो महान दरवेश होया है जिस वास्ते इतिहासकार संतोख सिंह कहते हैं कि अपर कथा को लक तो भयो सिद्ध जग माहे अजमत तरबो जग में आन मानते ताहे।
ਵਧੀਆ ਜ਼ੂਮ ਕਰ ਲਿਆ एक मिनट बैठो बैठो कैमरे वाल ना क्योंकि इस हार का नाम बाबे मिट्टी है, ये मिट्टी कढ़न का जो महत्व है यही है। मैं 2 मिनट करूँ। जिस पवित्र स्थान ते असी खलोते हुए हैं, ये बाबा चंद साहब का पवित्र स्थान है। बाबा चंद साहब बाबा गंगा राम दे ਵੱਡੇ ਤੋਂ ਛੋਟੇ ਪੁੱਤਰ ਸੀ, ਜਿਹੜੇ ਜਮਾਲਪੁਰ ਦੇ ਲਟੇਰਿਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸੀ। ਲੋਕ ਵਿਸ਼ਵਾਸ ਹੈ ਕਿ ਸਨਾਮ ਤੋਂ ਆਉਂਦੇ ਹੋਏ ਸ਼ਹੀਦ ਬਾਬਾ ਚੰਦ ਸਿੰਘ ਬਗੈਰ ਧੜ ਤੋਂ ਲੜਦੇ ਲੜਦੇ ਇਸ ਸਥਾਨ ਤੇ ਪਹੁੰਚ ਗਏ ਸੀ, ਜਿੱਥੇ ਧੜ ਠੰਡਾ ਹੋਇਆ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਦੀ ਥਾਂ ਤੇ ਸਮਾਧ ਬਣਾਈ ਹੋਈ ਹੈ। ਭਾਈ ਗੰਗਾ ਰਾਮ ਜੀ ਦਾ ਸਾਰਾ ਕੋੜਮਾ ਚਾਨਣੀ ਭਾਦੋਂ ਦੀ ਚਾਨਣੀ ਤੀਜ ਨੂੰ ਇਸ ਮਹਾਂਪੁਰਸ਼ ਦੀ ਯਾਦਗਾਰ ਦੇ ਵਿੱਚ ਮਿੱਟੀ ਕੱਢਣ ਲਈ ਆਉਂਦਾ ਹੈ। ਮਿੱਟੀ ਕੱਢਣਾ ਪੁਰਾਤਨ ਪਿਤਰ ਪੂਜਾ ਦਾ ਇੱਕ ਅੰਗ ਰਿਹਾ ਹੈ। ਪਿਤਰਾਂ ਦੀ ਪੂਜਾ ਵਾਸਤੇ ਮਿੱਟੀ ਕੱਢਣਾ ਇੱਕ ਤਲਾਅ ਦਾ ਰੂਪ ਧਾਰਨ ਕਰਨਾ ਜਾਂ ਉਸ ਨੂੰ ਸ਼ਰਧਾ ਕਰਨਾ, ਧਰਤੀ ਨਮਸਕਾਰ ਕਰਨਾ, ਕੁਝ ਇਸ ਤਰ੍ਹਾਂ ਦੇ ਵਿਚਾਰਾਂ ਨਾਲ ਜੁੜਿਆ ਹੋਇਆ ਹੈ। ਜੁਗਾਂ ਜੁਗਾਂਤਰਾਂ ਤੋਂ ਜਦੋਂ ਤੋਂ ਇਹ ਵੰਸ਼ ਚੱਲਿਆ ਆ ਰਿਹਾ ਹੈ, ਹਰ ਭਾਦੋਂ ਸੁਦੀ ਤੀਜ ਨੂੰ ਇੱਥੇ ਆ ਕੇ ਮੱਥਾ ਟੇਕਦਾ ਹੈ। ਬਾਬਾ ਚੰਦ ਸਾਹਿਬ ਜਿਹੜੇ ਨੇ ਉਹ ਇੱਕ ਬਹੁਤ ਵੱਡੇ ਮਹਾਂਪੁਰਸ਼ ਹੋਏ ਨੇ। ਭਾਈ ਮੂਲ ਚੰਦ ਸਾਹਿਬ ਤੇ ਬਾਬਾ ਚੰਦ ਸਾਹਿਬ ਦੋਨਾਂ ਮਹਾਂਪੁਰਸ਼ਾਂ ਦਾ ਸ਼ਾਜਲੀ ਨਗਰ ਉੱਤੇ ਮਿਹਰ ਭਰਿਆ ਹੱਥ ਹੈ। ਸ਼ਾਜਲੀ ਨਗਰ ਇਸੇ ਲਈ ਦਿਨ ਦੂਣੀ ਰਾਤ ਚੁਗਣੀ ਤਰੱਕੀ ਕਰ ਰਿਹਾ ਹੈ। ਅਸੀਂ ਵੀ ਇਹ ਕਾਮਨਾ ਕਰ ਰਹੇ ਹਾਂ। ਬਾਬਾ ਚੰਦ ਸਾਹਿਬ ਜੀ ਬਾਬਾ ਗੰਗਾ ਰਾਮ ਜੀ ਦੇ ਬੇਟੇ ਸੀਗੇ। ਬਾਬਾ ਗੰਗਾ ਰਾਮ ਜੀ ਨੇ ਹਰਮੰਦਰ ਸਾਹਿਬ ਦੀ ਖੁਦਾਈ ਸਮੇਂ 500 ਮਣ ਪੱਕਾ ਬਾਜਰਾ ਦਾਨ ਰੂਪ ਚ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਦੀ ਰੂਹਾਨੀ ਬਖਸ਼ਿਸ਼ ਹਾਸਲ ਕੀਤੀ ਸੀ। ਉਸ ਸਮੇਂ ਤੋਂ ਇਹ ਪਰਿਵਾਰ ਜਿਹੜਾ ਹੈਗਾ ਉਹ ਸਰਦਾਰ ਰੂਪ ਦੇ ਵਿੱਚ ਰਹਿੰਦਾ ਹੈ। ਲੇਕਿਨ ਇਹਨਾਂ ਦੇ ਸੰਸਕਾਰ ਨੇ ਜਿਹੜੇ ਉਹ ਸਾਰੇ ਹਿੰਦੂਆਂ ਵਾਲੇ ਨੇ, ਵਿਆਹਾਂ ਸ਼ਾਦੀਆਂ 'ਚ ਫੇਰੇ ਹੋਰ ਇਦਾਂ ਕਰਦੇ ਨੇ। ਤੇ ਅੱਜ ਸਾਰਾ ਜਿਹੜਾ ਹੈਗਾ ਭਾਈ ਕਾ ਖਾਨਦਾਨ, ਭਾਈ ਕੇ ਪਿਸ਼ੌਰ ਵਾਲੇ, ਚਾਹੇ ਉਹ ਗੰਗਾ ਨਗਰ ਰਹਿੰਦੇ ਨੇ, ਚਾਹੇ ਦਿੱਲੀ ਰਹਿੰਦੇ ਨੇ, ਚਾਹੇ ਕਿਸੇ ਵੀ ਸਥਾਨ 'ਚ ਰਹਿੰਦੇ ਨੇ ਇੰਡੀਆ ਦੇ ਜਾਂ ਬਾਹਰਲੇ ਦੇਸ਼, ਉਹ ਇੱਥੇ ਆ ਕੇ ਉਹ ਅੱਜ ਦੇ ਦਿਨ ਭਾਦੋਂ ਦੀ ਤੀਜ ਨੂੰ ਹਰ ਸਾਲ ਆ ਕੇ ਮਿੱਟੀ ਕੱਢਦੇ ਨੇ ਤੇ ਖਾਲੀ ਪੇਟ ਆਉਂਦੇ ਨੇ, ਨਿਰਣੇ ਕਾਲਜੇ ਆਉਂਦੇ ਨੇ ਤੇ ਇੱਥੇ ਆ ਕੇ ਮੱਥਾ ਟੇਕ ਕੇ ਮਿੱਟੀ ਕੱਢ ਕੇ ਉਸ ਤੋਂ ਬਾਅਦ ਭੋਜਨ ਪਾਣੀ ਛਕਦੇ ਨੇ ਤੇ ਹੋਰਾਂ ਨੂੰ ਛਕਾਉਂਦੇ ਨੇ।
भाई चलो जी संगन लाई थी उसकी लगा 2 मिनट उसकी बैठे जी 5 मिनट मैडम साइड दी
कि तुसी उस महापुरुष की संतान हो जिसने निष्काम भाव दे नाल श्री गुरु अर्जन देव जी की सेवा दे 500 मन बाजरे का अन्न दान किया सी ते गुरु साहब कोलों रिद्धियां सिद्धियां प्राप्त कीतियां सी। बाबा चंद साहब बाबा गंगा राम दे छोटे पुत्र सी। बड़े पुत्र बाबा नंद साहब ने 1780 विक्रमी विच भाई के पिशौर नगर स्थापित किया सी। इस नगर नाल संबंधित लोग इस नगर नाल संबंधित बाबा गंगा राम की संतान अज अपने पुरखे नूं श्रद्धांजलि भेंट करने लई एकत्र हुई है। इस तिहार नूं बाबे मिट्टी का नाम दिता जाता है। मिट्टी कड्ढण दा रिवाज बुद्ध काल तो चलिया आ रहा है। बड़े महापुरुष देवी देवते उन्हां दी शरधा लई धरती नमस्कारना, धरती नूं प्रणाम करना, धरती चों पानी प्राप्त करना, ये पितर पूजा का पुरातन रवायत रही है। अज बाबा गंगा राम की संतान अपने पुरखे नूं श्रद्धांजलि भेंट करने लई एकत्र हुई है। बाबा चंद साहब जमालपुर दे लुटेरियां नाल लड़दे हुए इस स्थान ते शहीद हो गए सी। शहीदां दे स्थान ते समाध बनाई जाती है। समाध मटी तो वखरी हुंदी है। समाध लई विश्वास हुंदा है कि समाध दे च उस महापुरुष दे अंश मौजूद हुंदे हन। पूजण वाले नूं उस दा वर प्राप्त हुंदा है। इस लई भाईचारा इकट्ठा होके बाबा जी की समाध की पूजा करता है, इन्हां तो आशीर्वाद प्राप्त करता है। बाबा गंगा राम बारे मालवे दे महान दरवेश ये कहा करते सी कि मैं गुलाम हूं गंगा रामा, मैं गुलाम हूं गंगा रामा, तिसकी कुल में करूं आरामा। जो संतान बाबे की होई तिस सेवे सब कोई, तिस सेवे होई पूरी आशा, रात दिने सो करे बिलासा। बाबा भाई मूल चंद साहब अक्सर क्या करते सी कि गंगा राम की कुल विखे मुझ जाने सब कोई। गंगा राम ਉਹ महान पुरुष होए ने जिन्हां दे बर नाल भाई मूल चंद का जन्म होया सी। भाई मूल चंद नूं आत्मिक शक्ति प्राप्त हुई सी। ਉਹ भाई मूल चंद जिन्हां दे राज जिन्हां दे आशीर्वाद नाल बाबा आला सिंह नूं राज प्राप्त होया सी। अक्सर कहा जाता है कि भाई मूल चंद कृष्ण अवतारा, निर्धन जट करे सरदारा, फूल औलाद किए सब राजे, तिनके बार बजत हैं बाजे, बचन करे भाई सब ताई, फूल औलाद दुखी हो नाही, जो दुखी होए फूल औलाद, तिसकी जग में न रहे बुनियाद। बाबा जी की शरण दे च जो आया है वो खुशी खुशी वापस गया, उन्होंने हर तमन्ना पूरी हुई है। शाहली पिंड की मोड़ी भाई मूल चंद साहब ने गड्डी सी ते शाहली का नाम अपने सेवक के नाम छज्जू वाली रखिया सी, जिहड़ा हौली हौली शाहली बन गया है। पहला ये पिंड का नाम मुकंदपुर सी, जिहड़ा एक राजपूत गौरे मुकंद राय ने बसाया सी। ये अक्सर उजड़दा रहा सी। डॉक्टर फौजा सिंह का कहना है, कैफियत देही के रिकॉर्ड अनुसार यह हवाला मिलता है कि जदों तो एक करनी वाले महापुरुष भाई मूल चंद साहब ने इस पिंड की मोड़ी गड्डी है, यह कदे भी बेचराग नहीं होया। मैं समूह भाईचारे नूं अज दे समागम ते शुभ कामनावां दिना ते तुहाडीआं हर तमन्ना पूरी होवे, बाल बच्चा तुहाडा हमेशा अगां वधदा रहे। मैं अपनी नवीं पीढ़ी नूं एक सुनेहा देना चाहुंदा कि यह बहुत बड़ा महापुरुष है। इसकी कथा बारे भाई संतोख सिंह कहंदा कि अपर कथा को लखत हूं, भयो सिद्ध जग माहे, अज मत तरवो जगत में आन मानते ताहे। बड़े बड़े इतिहासकार, बड़े बड़े सिद्ध पुरुष ये मानते सी कि भाई मूल चंद साहब अपने बड़े दे बड़े महापुरुष होए ने, अपने समय दे संत श्रोमणी होए ने, वो तुहाडी सरप्रस्ती कर रहे ने। तो असीं चंगा उच्चा मार्ग अपना के समाज की सेवा करिए। इन्ना कहंदा खिमा दा जाचक हां। वाहिगुरू जी का खालसा, वाहिगुरू जी की फतेह। ਇਹ ਸਥਾਨ ਬਾਬਾ ਭਾਈ ਮੂਲ ਚੰਦ ਸਾਹਿਬ ਪਿੰਡ ਛਾਜਲੀ ਨਗਰ ਦੀ ਮੋੜੀ ਇਹਨਾਂ ਬਜ਼ੁਰਗਾਂ ਨੇ ਗੱਡੀ ਇਸ ਨਗਰ ਨੂੰ ਮਾਲਕ ਦੀ ਕਿਰਪਾ ਨਾਲ ਵਧਾਇਆ ਫਲਾਇਆ ਔਰ ਇਸ ਨਗਰ ਤੇ ਬਾਬਾ ਭਾਈ ਮੂਲ ਚੰਦ ਜੀ ਦਾ ਹੱਥ ਹੈ, ਖਾਸ ਕਰਕੇ ਪੱਤੀ ਢਾਲੀਵਾਲ। ਇਸ ਨਗਰ ਦੇ ਵਿੱਚ 6 ਪੱਤੀਆਂ ਨੇ, ਪੱਤੀ ਢਾਲੀਵਾਲ, ਪੱਤੀ ਪੂਨੀਆਂ, ਪੱਤੀ ਸਮਰਾਓ, ਪੱਤੀ ਸਹਾਰਨਾ ਤੇ ਪੱਤੀ ਕਾਹਲ ਤੇ ਪੱਤੀ ਰੋਜਾਂ। ਇਹ ਸਾਰਾ ਹੀ ਨਗਰ ਸਾਲਾਨਾ 10ਵੀਂ ਉਰੇ ਬਾਬਾ ਜੀ ਅਸੀਂ ਮਨਾਉਂਦੇ ਹਾਂ ਜੀ ਸਾਉਣ ਦੀ। ਉਸ ਦਿਨ ਆ ਕੇ ਇੱਥੇ ਬਾਬਾ ਜੀ ਦੇ ਸਥਾਨ ਤੇ ਨਮਸਤਕ ਹੁੰਦਾ ਹੈ। ਸਾਰੇ ਹੀ ਧਜਾਂ ਚਾੜਦੇ ਨੇ।
ਧਾਰਾਂ ਚਾੜਨ ਦਾ ਕਾਰਨ ਇਹ ਹੈ ਵੀ ਬਾਬਾ ਜੀ ਨੇ ਉਸ ਟਾਈਮ ਜਦੋਂ ਨਗਰ ਨੂੰ ਵਸਾਇਆ ਉਸ ਟਾਈਮ ਚਿੱਟੀ ਮੋੜੀ ਕੱਢ ਕੇ ਉੱਤੇ ਚਿੱਟੀ ਚਾਦਰ ਪਾ ਕੇ ਇੱਥੇ ਬੈਠੇ ਤਾਂ ਉਸ ਟਾਈਮ ਦੇ ਮੁਤਾਬਕ ਜਿਹੜੀ ਉਹ ਮੋੜੀ ਗੱਡੀ ਸੀ ਬਾਬਾ ਜੀ ਨੇ ਅੱਜ ਉਹ ਇੱਕ ਜੰਡੀ ਦਾ ਰੂਪ ਧਾਰਨ ਕਰੀ ਜੋ ਕਿ ਹਰੀ ਭਰੀ ਹੈ ਔਰ ਉਹਨਾਂ ਦੀ ਆਸ਼ੀਰਵਾਦ ਸਦਕਾ ਸਾਡਾ ਨਗਰ ਹੈ ਜਿਹੜਾ ਬਹੁਤ ਹੀ ਹਰਿਆ ਭਰਿਆ ਹੈ। ਇੱਥੇ ਕਿਸੇ ਕਿਸਮ ਦੀ ਕੋਈ ਤੋਟ ਨਹੀਂ, ਕੋਈ ਘਾਟ ਨਹੀਂ, ਇਹਨਾਂ ਦੀ ਕਿਰਪਾ ਹੈ। ਤਾਂ ਸਾਰਾ ਹੀ ਨਗਰ ਇਸ ਦਿਨ ਜਦੋਂ ਸਾਲਾਨਾ ਦਸਵੀਂ ਅਸੀਂ ਬਾਬਾ ਜੀ ਦੀ ਮਨਾਉਂਦੇ ਹਾਂ ਸਾਉਣ ਸੁਦੀ ਤਾਂ ਸਾਰਾ ਨਗਰ ਇੱਥੇ ਦੇਗਾਂ ਚਾੜਦਾ ਹੈ, ਬਾਬੇ ਦੀਆਂ ਧੱਜਾਂ ਚਾੜਦਾ ਜੀ ਤੇ ਔਰ ਹਰ ਤਰ੍ਹਾਂ ਦੀਆਂ ਇੱਥੇ ਜਿਹੜਾ ਬੰਦਾ ਆਸ਼ਾ ਮਨਸਾ ਭਾਵਨਾ ਰੱਖ ਕੇ ਆਉਂਦਾ ਉਹਦੀਆਂ ਸੱਚੇ ਪਾਤਸ਼ਾਹ ਬਾਬਾ ਜੀ ਪੂਰੀ ਜੇ ਸਾਰਾ ਪਿੰਡ ਕਵਰ ਕਰਨਾ ਜੀ ਫਿਰ ਕਹੋ ਕੋਠੀ 'ਚ ਬਾਗ ਚੱਲਦਾ ਹੈ ਫਿਰ ਉੱਪਰ ਬਾਗ ਚੱਲਣਾ ਨਹੀਂ ਬਾਜੀ ਕੋਈ ਨਹੀਂ। ਬਸ ਕਿੰਨਾ ਨਾਲ ਹੈ ਜੀ ਇਹ ਬਾਬਾ ਪਰਿਵਾਰ ਨਾਲ ਹੀ ਹੈ ਤੁਸੀਂ ਪਰਿਵਾਰ ਨਾਲ ਜਦੋਂ ਇਹ ਆ ਕੇ ਚਲੇ ਗਏ ਫੇਰ ਉਹ ਬਣਾਉਂਦੇ ਨੇ ਜੇ ਕਿਤੇ ਕਈ ਵਾਰੀ ਦੋ ਸੌਣ ਨਹੀਂ ਹੋ ਜਾਂਦੇ ਦੋ ਭਾਗ ਆਏ ਉਹ ਸਾਨੂੰ ਦੇ ਦੇਣੇ ਤੇ ਦੋ ਮਿੱਟੀ ਕੱਢ ਕੇ ਫੇਰ ਮਿਲ ਪਰ ਉਹਦਾ ਜੀ ਮਾਲ ਕਰੇ 2 ਵਾਰੀ ਜ਼ਿੰਦਗੀ ਵਿੱਚ 2 ਵਾਰੀ ਜੇ ਲਾਲਾ ਮੋੜ ਕੇ ਨਾ ਇਹ ਇੰਨੇ ਢਿੱਲੇ ਹੋ ਗਏ ओम हाईलाइट कर दो ओम इस वीडियो का फ्रैक्शन टाइप कर रहा है। ਨਾ ਗੱਡੀ ਚਲਾਉਂਦੀ ਨਾ ਆ ਹੈਗੀ ਬੈਟਰੀ ਕਰਨ ਦੀ ਜ਼ਰੂਰਤ ਹੈਗੀ ਕਿ ਇਹ ਤੁਹਾਡੀ ਤੁਸੀਂ ਬਿਲਕੁਲ ਵੱਖਰੀ ਚੀਜ਼ ਹੈ। ਇਹ ਨਾ ਮਕਬਰ ਹੈ, ਨਾ ਇਹ ਮੰਦਿਰ ਹੈ, ਨਾ ਇਹ ਗੁਰਦੁਆਰਾ ਹੈ, ਇਹ ਦਿਉਰ ਹੈ। ਡੇਰਾ ਦੇਹ ਤੇ ਉਤਰਿਆ, ਸਮਾਧ ਤੇ ਉਤਰਿਆ।
ਇਹ ਸਥਾਨ ਦਰਬਾਰ ਭਾਈ ਮੂਲ ਚੰਦ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਸਥਾਨ ਹੈ। ਸ਼ਹਿਰ ਨਿਵਾਸੀ ਆਮ ਜਨਤਾ ਇਹਨੂੰ ਭਾਈ ਮੂਲਾ ਕਰਕੇ ਜਾਣਦੀ ਹੈ। ਭਾਈ ਮੂਲਾ ਦੇ ਸਥਾਨ ਤੇ ਭਾਈ ਮੂਲ ਚੰਦ ਸਾਹਿਬ ਦੀ ਸਮਾਧ ਬਣੀ ਹੋਈ ਹੈ। ਡਾਕਟਰ ਗੰਡਾ ਸਿੰਘ ਨੇ ਇਸ ਨੂੰ ਦਿਉਰਾ ਕਿਹਾ ਹੈ। ਦਿਉਰਾ ਭਾਈ ਕਾਨ ਸਿੰਘ ਨਾਭਾ ਦਿਉਰਾ ਤੋਂ ਭਾਵ ਕਹਿੰਦਾ ਦੇਹ ਤੇ ਉਸਰਿਆ ਹੋਇਆ। ਸਮਾਧ ਜਿੱਥੇ ਕੋਈ ਮਹਾਪੁਰਸ਼ ਦਾ ਸੰਸਕਾਰ ਕੀਤਾ ਜਾਂਦਾ ਉਸ ਥਾਂ ਤੇ ਇੱਕ ਥੜੀ ਜਾਂ ਗੁੰਮਜ ਉਸਾਰ ਲਿਆ ਜਾਂਦਾ ਹੈ। ਉਸ ਦੀ ਫਿਰ ਉਹਦੇ ਸ਼ਰਧਾਲੂ ਪੂਜਾ ਕਰਦੇ ਨੇ। ਲੋਕ ਵਿਸ਼ਵਾਸ ਅਨੁਸਾਰ ਸਮਾਧ ਦੇ ਵਿੱਚ ਮਹਾਪੁਰਸ਼ਾਂ ਦੇ ਜਿਹੜੀ ਬਲ ਹੈ, ਜਿਹੜੀ ਉਹਨਾਂ ਦੀ ਆਤਮਿਕ ਤਾਕਤ ਹੈ, ਉਹ ਮੌਜੂਦ ਹੁੰਦੀ ਹੈ। ਇਸ ਦਿਉਰੇ ਦੀ ਖਾਸੀਅਤ ਇਹ ਹੈ ਕਿ ਇਹ ਪ੍ਰਚਲਿਤ ਧਾਰਮਿਕ ਸਥਾਨਾਂ ਨਾਲੋਂ ਵੱਖਰੀ ਕਿਸਮ ਦਾ ਹੈ। ਭਵਨ ਨਿਰਮਾਣ ਕਲਾ ਦਾ ਇੱਕ ਅਜੂਬਾ ਹੈ। ਇਸ ਦੀ ਜਿਹੜੀਆਂ ਸਿੱਧੀਆਂ ਕੰਧਾਂ ਨੇ ਉਹ ਘੱਟੋ ਘੱਟ 20 ਫੁੱਟ ਉਚਾਈ ਹੈ। 39 ਫੁੱਟ ਦਾ ਗੁੰਮਜ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇਹਦੇ ਚਾਰ ਪਾਸੇ ਬੁਰਜ ਨੇ। ਇਹਦਾ ਮੂੰਹ ਜਿਹੜਾ ਹੈ ਉਹ ਦੱਖਣ ਦਿਸ਼ਾ ਵੱਲ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹਦਾ ਨਿਰਮਾਣ ਕਰਨ ਦੇ ਵਿੱਚ ਮੁਸਲਮਾਨ ਸ਼ਾਸਕਾਂ ਦਾ ਵੱਡਾ ਯੋਗਦਾਨ ਰਿਹਾ ਹੈ। ਮੁਸਲਮਾਨ ਦੇ ਨਾਲ ਜਾਣੇ ਜਾਣ ਕਰਕੇ ਇਸ ਦਰਬਾਰ ਦੇ ਦੁਆਲੇ ਵੱਡੀ ਚਾਰ ਦੀਵਾਰੀ ਹੈ, ਜਿਵੇਂ ਕਿਸੇ ਕਿਲੇ ਦਾ ਸਟਰਕਚਰ ਹੁੰਦਾ ਹੈ। ਜੋ ਅਸੀਂ ਭਾਈ ਮੂਲ ਚੰਦ ਸਾਹਿਬ ਦੀ ਸ਼ਖਸੀਅਤ ਤੇ ਝਾਤ ਮਾਰਦੇ ਹਾਂ, ਉਹ ਵੀ ਕਿਸੇ ਸ਼ਹਿਨਸ਼ਾਹ ਵਾਂਗ ਹਮੇਸ਼ਾ ਘੋੜੇ ਤੇ ਸਜੇ ਹੋਏ, ਪੂਰੀ ਤਰ੍ਹਾਂ ਆਪਣੇ ਦਸਤਾਰ ਦੇ ਵਿੱਚ ਸਜੇ ਹੋਏ ਹੁੰਦੇ ਨੇ। ਭਾਈ ਮੂਲ ਚੰਦ ਮਾਲਵੇ ਦਾ ਇੱਕ ਇਲਾਹੀ ਦਰਵੇਸ਼ ਹੋਇਆ, ਜਿਹਦੇ ਬਾਰੇ ਸਿੱਖ ਇਤਿਹਾਸਕਾਰਾਂ ਨੇ ਇਹ ਕਿਹਾ ਹੈਗਾ ਕਿ ਉਹ ਆਪਣੇ ਸਮੇਂ ਦਾ ਸੰਤ ਸ਼੍ਰੋਮਣੀ ਸੀ। ਵੱਡੇ ਵੱਡੇ ਮਹਾਪੁਰਸ਼ ਭਾਈ ਮੂਲ ਚੰਦ ਸਾਹਿਬ ਦਾ ਆਦਰ ਸਤਿਕਾਰ ਕਿਆ ਕਰਦੇ ਸੀ। ਉਹ ਭਾਵੇਂ ਮੁਸਲਮਾਨ ਫਕੀਰ ਸੀ, ਉਹ ਹਿੰਦੂ ਫਕੀਰ ਸੀ, ਜਾਂ ਉਹ ਆਪਣੇ ਸਮੇਂ ਦੇ ਸਿੱਖ ਭਗਤ ਸੀ, ਸਾਰੇ ਦੇ ਸਾਰੇ ਭਾਈ ਮੂਲ ਚੰਦ ਸਾਹਿਬ ਦੇ ਸੇਵਕ ਸੀ। ਭਾਈ ਮੂਲ ਚੰਦ ਸਾਹਿਬ ਦਾ ਆਦਰ ਕਰਿਆ ਕਰਦੇ ਸੀ। ਭਾਈ ਮੂਲ ਚੰਦ ਸਾਹਿਬ ਦੀ ਅਧਿਆਤਮਕ ਸ਼ਕਤੀ ਕਰਕੇ ਇਹ ਕਿਹਾ ਜਾਂਦਾ ਹੈ ਕਿ ਭਾਈ ਸੰਤੋਖ ਸਿੰਘ, ਜਿਨ੍ਹਾਂ ਨੇ ਬਹੁਤ ਸਾਰੇ ਸਿੱਖਾਂ ਭਗਤਾਂ ਗੁਰੂ ਪੀਰਾਂ ਦੀ ਪ੍ਰਸ਼ੰਸਾ ਕੀਤੀ ਹੈ, ਭਾਈ ਮੂਲ ਚੰਦ ਸਾਹਿਬ ਬਾਰੇ ਉਹਨੇ ਸਮਰਥਾ ਪ੍ਰਗਟ ਕਰਦਿਆਂ ਕਿਹਾ ਹੈਗਾ ਕਿ ਅਪਰ ਕਥਾ ਕੋ ਲਕਥੋਂ ਭਇਓ ਸਿੱਧ ਜਗ ਮਾਹੇ ਅਜਮਤ ਤਰਵੋ ਜਗਤ ਮੇ ਆਨ ਮਾਨਤੇ ਤਾਹੇ। ਜਦੋਂ ਭਾਈ ਮੂਲ ਚੰਦ ਸਾਹਿਬ ਦੇ ਗੁਰੂ ਬ੍ਰਾਹਮਣ ਗੰਗਾ ਰਾਮ ਨੇ ਇਹਨਾਂ ਦੇ ਜਨਮ ਦਾ ਆਸ਼ੀਰਵਾਦ ਦਿੱਤਾ ਸੀ, ਤਾਂ ਇਹ ਕਿਹਾ ਸੀ ਸਿੱਧੀ ਚੰਦ ਨੂੰ ਕਿ ਸੁਤ ਉਪਜੈ ਜਤ ਬੜ ਸਿੱਧ ਹੋਵੇ ਜਗਤ ਵਿਸਾਲ ਪ੍ਰਸਿੱਧ। ਜਨਮਤੀ ਅਸਚਰਜ ਦਿਖਾਵੇ ਬੰਦੇ ਚਰਨ ਜੋ ਹੈ। ਇਹਦਾ ਨਿਰਮਾਣ ਕਰਨ ਦੇ ਵਿੱਚ ਮੁਸਲਮਾਨ ਸ਼ਾਸਕਾਂ ਦਾ ਵੱਡਾ ਯੋਗਦਾਨ ਰਿਹਾ ਹੈ। ਮੁਸਲਮਾਨ ਦੇ ਨਾਲ ਜਾਣੇ ਜਾਣ ਕਰਕੇ ਇਸ ਦਰਬਾਰ ਦੇ ਦੁਆਲੇ ਵੱਡੀ ਚਾਰ ਦੀਵਾਰੀ ਹੈ, ਜਿਵੇਂ ਕਿਸੇ ਕਿਲੇ ਦਾ ਸਟਰਕਚਰ ਹੁੰਦਾ ਹੈ। ਜੋ ਅਸੀਂ ਭਾਈ ਮੂਲ ਚੰਦ ਸਾਹਿਬ ਦੀ ਸ਼ਖਸੀਅਤ ਤੇ ਝਾਤ ਮਾਰਦੇ ਹਾਂ, ਉਹ ਵੀ ਕਿਸੇ ਸ਼ਹਿਨਸ਼ਾਹ ਵਾਂਗ ਹਮੇਸ਼ਾ ਘੋੜੇ ਤੇ ਸਜੇ ਹੋਏ, ਪੂਰੀ ਤਰ੍ਹਾਂ ਆਪਣੇ ਦਸਤਾਰ ਦੇ ਵਿੱਚ ਸਜੇ ਹੋਏ ਹੁੰਦੇ ਨੇ। ਭਾਈ ਮੂਲ ਚੰਦ ਮਾਲਵੇ ਦਾ ਇੱਕ ਇਲਾਹੀ ਦਰਵੇਸ਼ ਹੋਇਆ, ਜਿਹਦੇ ਬਾਰੇ ਸਿੱਖ ਇਤਿਹਾਸਕਾਰਾਂ ਨੇ ਇਹ ਕਿਹਾ ਹੈਗਾ ਕਿ ਉਹ ਆਪਣੇ ਸਮੇਂ ਦਾ ਸੰਤ ਸ਼੍ਰੋਮਣੀ ਸੀ। ਵੱਡੇ ਵੱਡੇ ਮਹਾਪੁਰਸ਼ ਭਾਈ ਮੂਲ ਚੰਦ ਸਾਹਿਬ ਦਾ ਆਦਰ ਸਤਿਕਾਰ ਕਿਆ ਕਰਦੇ ਸੀ। ਉਹ ਭਾਵੇਂ ਮੁਸਲਮਾਨ ਫਕੀਰ ਸੀ, ਉਹ ਹਿੰਦੂ ਫਕੀਰ ਸੀ, ਜਾਂ ਉਹ ਆਪਣੇ ਸਮੇਂ ਦੇ ਸਿੱਖ ਭਗਤ ਸੀ, ਸਾਰੇ ਦੇ ਸਾਰੇ ਭਾਈ ਮੂਲ ਚੰਦ ਸਾਹਿਬ ਦੇ ਸੇਵਕ ਸੀ। ਭਾਈ ਮੂਲ ਚੰਦ ਸਾਹਿਬ ਦਾ ਆਦਰ ਕਰਿਆ ਕਰਦੇ ਸੀ। ਭਾਈ ਮੂਲ ਚੰਦ ਸਾਹਿਬ ਦੀ ਅਧਿਆਤਮਕ ਸ਼ਕਤੀ ਕਰਕੇ ਇਹ ਕਿਹਾ ਜਾਂਦਾ ਹੈ ਕਿ ਭਾਈ ਸੰਤੋਖ ਸਿੰਘ, ਜਿਨ੍ਹਾਂ ਨੇ ਬਹੁਤ ਸਾਰੇ ਸਿੱਖਾਂ ਭਗਤਾਂ ਗੁਰੂ ਪੀਰਾਂ ਦੀ ਪ੍ਰਸ਼ੰਸਾ ਕੀਤੀ ਹੈ, ਭਾਈ ਮੂਲ ਚੰਦ ਸਾਹਿਬ ਬਾਰੇ ਉਹਨੇ ਸਮਰਥਾ ਪ੍ਰਗਟ ਕਰਦਿਆਂ ਕਿਹਾ ਹੈਗਾ ਕਿ ਅਪਰ ਕਥਾ ਕੋ ਲਕਥੋਂ ਭਇਓ ਸਿੱਧ ਜਗ ਮਾਹੇ ਅਜਮਤ ਤਰਵੋ ਜਗਤ ਮੇ ਆਨ ਮਾਨਤੇ ਤਾਹੇ। ਜਦੋਂ ਭਾਈ ਮੂਲ ਚੰਦ ਸਾਹਿਬ ਦੇ ਗੁਰੂ ਬ੍ਰਾਹਮਣ ਗੰਗਾ ਰਾਮ ਨੇ ਇਹਨਾਂ ਦੇ ਜਨਮ ਦਾ ਆਸ਼ੀਰਵਾਦ ਦਿੱਤਾ ਸੀ, ਤਾਂ ਇਹ ਕਿਹਾ ਸੀ ਸਿੱਧੀ ਚੰਦ ਨੂੰ ਕਿ ਸੁਤ ਉਪਜੈ ਜਤ ਬੜ ਸਿੱਧ ਹੋਵੇ ਜਗਤ ਵਿਸਾਲ ਪ੍ਰਸਿੱਧ। ਜਨਮਤੀ ਅਸਚਰਜ ਦਿਖਾਵੇ ਬੰਦੇ ਚਰਨ ਜੋ ਹੇਰਨ ਆਵੇ। ਇੱਕ ਹੋਰ ਨਿਸ਼ਾਨੀ ਦੱਸੀ ਗਈ ਸੀ ਕਿ ਸਭਾ ਗਿਲਸ਼ਿਤ ਪਰਮਾਨ ਕੀ ਚੋਟੀ ਕੇ ਸਿਰਕੇਸ ਅਤ ਸਫੈਦ ਜਤ ਜਨਮ ਹੈ ਅਸ ਹੁਆ ਸਿੱਧ ਵਿਸ਼ੇਸ਼ ਬੰਸ ਵਿਭੂਖਨ ਸੰਤ ਸਭਾ ਦੀਰਘ ਪਰਉਪਕਾਰ ਸ੍ਰੀ ਅਰਜਨ ਕੀ ਕਿਰਪਾ ਤੇ ਉਪਜੈ ਪੁੱਤਰ ਤਮਾਰ। ਇਹ ਮਹਾਸ਼ਕਤੀ ਜਿਹੜੀ ਹੈ ਇਹ ਬ੍ਰਾਹਮਣ ਗੰਗਾ ਰਾਮ ਜਿਹੜੇ ਭਾਈ ਮੂਲ ਚੰਦ ਸਾਹਿਬ ਦੇ ਗੁਰੂ ਸੀ, ਉਹਨਾਂ ਸਦਕਾ ਹੈ। ਭਾਈ ਮੂਲ ਚੰਦ ਸਾਹਿਬ ਅਕਸਰ ਕਿਹਾ ਕਰਦੇ ਸੀ ਕਿ ਮੈਂ ਗੁਲਾਮ ਹੂੰ ਗੰਗਾ ਰਾਮ, ਜਾਂ ਗੰਗਾ ਰਾਮ ਕੀ ਕੁਲ ਵਿਖੇ ਮੁਝ ਜਾਣੇ ਸਭ ਕੋਏ। ਗੰਗਾ ਰਾਮ ਦੀ ਸੰਤਾਨ ਇਸ ਸਾਰੇ ਕੰਪਲੈਕਸ ਦੀ ਸੇਵਾ ਸੰਭਾਲ ਕਰਦੀ ਹੈ। ਭਾਈ ਮੂਲ ਚੰਦ ਸਾਹਿਬ ਦਾ ਅਕਸ਼ ਜਿਹੜਾ ਹੈ, ਆਸ਼ੀਰਵਾਦ ਜਿਹੜਾ ਹੈ, ਉਹਨਾਂ ਦੀ ਆਤਮਿਕ ਸ਼ਕਤੀ ਦਾ ਪ੍ਰਭਾਵ ਜਿਹੜਾ ਹੈ ਇਸ ਪਰਿਵਾਰ ਦੇ ਵਿੱਚ ਪਾਇਆ ਜਾਂਦਾ ਹੈ।
ਸਮਾਧ ਬ੍ਰਾਹਮਣ ਗੰਗਾਰਾਮ ਦੀ ਸਮਾਧ ਹੈ। ਇਹਦੇ ਨਾਲ ਬ੍ਰਾਹਮਣ ਗੰਗਾਰਾਮ ਦੇ 3 ਪੁੱਤਰਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਨੇ। ਬਾਬਾ ਆਨੰਦ ਸਾਹਿਬ ਜਿਹੜੇ ਵੱਡੇ ਪੁੱਤਰ ਸੀ, ਇਹਨਾਂ ਦੇ ਯਤਨਾਂ ਸਦਕਾ ਹੀ ਭਾਈ ਕੇ ਪਿਸ਼ੌਰ ਗੰਗਾਰਾਮ ਦੀ ਸੰਤਾਨ ਜਿੱਥੇ ਵਸਦੀ ਹੈ ਉਹ ਹੋਣ ਚ ਆਇਆ। ਨਿੱਧ ਸਾਹਿਬ ਤੇ ਸਿੱਧ ਸਾਹਿਬ 2 ਹੋਰ ਪੁੱਤਰ ਨੇ। ਬ੍ਰਾਹਮਣ ਗੰਗਾਰਾਮ ਬਠਿੰਡੇ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਸੀ। ਸੂਰਜ ਪ੍ਰਕਾਸ਼ ਦੀ 6ਵੀਂ ਜਿਲਦ ਵਿੱਚ ਲਿਖਿਆ ਹੈਗਾ ਕਿ ਨਗਰ ਬਠਿੰਡੇ में बसे एक दिज गंगाराम लाद अनुभव बाजरा आयो वंज के काम। ब्राह्मण गंगाराम व्यापार कराया करदा सी। उन्हें गुरु अर्जन देव जी जो ताल की खदवाई करा रहे सी संतोखसर ते अंबर सरोवर की, उस समय 500 मन भाई संतोख सिंह के शब्दों पंत दिवस तक तैसे कीनो अन्न 500 मन तय दिनों 500 का 500 मन अन्न जिहड़ा है लंगर च अर्प दिता सी। गुरु साहब ओदी इबजाना देना चाह रहे सी, लेकिन ब्राह्मण गंगाराम ने लैण तो इनकार किया सी। गुरु साहब कहते सी कि दिज को दरब लत सो नाही हमरे सिख देत हम पाही। ये ब्राह्मण का धन असीं स्वीकार कर नहीं सकते। ब्राह्मण गंगाराम ने निम्रता नाल कहा सी, प्रभ जी मैं न लियूं कुछ मोला, रावर की सेवा मैं करूं, जन्म सफल की आसा धरूं। सिख अंग्रेज इतिहासकार मैकालफ ने इस चीज का बड़ा बड़ा नोट्स लियागा। वो कहता द गंगाराम हाउ वी रिफ्यूज टू एक्सेप्ट दैम, द गुरु हाउ वाज नेचुरली प्लीज टू मीटिंग ए सच डिसइंटरेस्टेड फ्रेंड कमेंडेड एंड बलीस्ड हिम। वो गंगाराम जिहड़ा है उन्हां दे बचनां तो ही भाई मूलचंद साहब का जन्म होया सी। बाबा गंगाराम की शक्ति सदका ही भाई मूलचंद की सारी शक्ति है। बार बार भाई मूलचंद साहब ये गल कहते सी, मैं गुलाम हूं गंगाराम। गंगाराम के आशीर्वाद सदका ही भाई मूलचंद साहब की आत्मिक शक्ति हुई है। वो इस खेतर के महान दरवेश होए ने। मालवे का महान दरवेश भाई मूलचंद साहब सारी की सारी ताकत अपनी उहदा प्रेरणा स्रोत जिहड़ा है वो ब्राह्मण गंगाराम नूं मनदा है। वो भी लेके आ सारा पर देखला मथा टेक मालवे के महान दरवेश 18वीं सदी के महान संत हुए हैं। आप जी की अध्यात्मिक शक्ति का कोई पारावार नहीं सी। भाई मूलचंद का समा राजनीतिक उथल पुथल का समा सी। उस समय लुट्टां खूहां मार धाड़ आम होया करती सी, लेकिन भाई मूलचंद साहब इहो जिहे रूहानी फकीर सी जिहड़े अपनी आत्मिक शक्ति नाल ही बहुत सारे लोगों का कल्याण कर दिंदे सी। उस समय मुसलमानी राज सी। मुसलमान संत फकीर जिहड़े ने वो किसी होर च विश्वास नहीं सी रखते। मुसलमान अकीदे अनुसार जिहड़ा मुसलमान नहीं वो काफिर है, लेकिन मुसलमान फकीर भाई मूलचंद साहब की सेवा कराया करते सी, उन्होंने आदर सत्कार दिया करते सी। एक साखी मिलती है कि एक डोगरी अक्सर फकीर जी की सेवा कराया करते सी, उहदे संतान नहीं सी। उसने फकीर नूं कहा कि मैनूं संतान की इच्छा है। फकीर ने कहा कि तेरे तो दरगाह संतान नहीं लिखी है। उस समय भाई मूलचंद साहब को गुजर रहे थे। वो फकीर ने भाई मूलचंद साहब का आदर सत्कार किया। उस डोगरी ने भाई मूलचंद साहब को सिफारिश की कि मैंने संतान की इच्छा है। भाई मूलचंद साहब ने कहा कि तुम अपने फकीर को मंगो। जो फकीर को गल कही तो भाई मूलचंद साहब ने सिफारिश की कि फकीर जी ये तुहाडी सेवका है, इन संतान की बख्शिश करो। पीर ने कहा कि अभी तक कर्मां च संतान नहीं लिखी। भाई मूलचंद ने कहा कि तुम बख्शिश कर सकते हो, कर दो। वो कहते तू कर दे। भाई मूलचंद साहब ने कहा कि तू तेरे भाई एक पुत्र पैदा होगा। वो कहता भाई मूलचंद साहब ये कर्मां च लिखा नहीं, कहता 2 होणगे। भाई मूलचंद साहब तुसीं जानते तो है नहीं, 3 होणगे। कहा जाता है कि उस डोगरी के 7 पुत्र पैदा हुए सी। संत विसाखा सिंह ने मालवे का इतिहास इसका जिक्र किया है कि भाई मूलचंद साहब हर किसी को 7 पुत्रां की दात बख्शिया करते सी। जो मन चित ला के इस स्थान पर पहुंचता है हर किसी की कामना पूरी होंगी है। भाई मूलचंद साहब के बारे डॉक्टर गंडा सिंह कहता है कि सनाम ने बहुत सारिया धार्मिक इतिहासक हस्तियों को जन्म दिता है, पर भाई मूलचंद साहब इन्होंने सारे तो श्रोमणी ने। भाई मूलचंद बारे अक्सर कहा जाता है कि बाबा मूला बचना दा पूरा।
ਧੁੱਪ ਕਰਕੇ ਹੋ ਜਾਂਦਾ ਨਾ, ਇਹਨਾਂ ਨੂੰ ਫੇਰ ਕਹਿੰਦੇ ਗਾਹਾਂ ਨੂੰ ਪ੍ਰਬੰਧ ਕਰਨਗੇ, ਆ ਲਾ ਦੇਣਗੇ ਤੇ ਤਾਂ ਧੁੱਪ ਨਹੀਂ ਪੈਂਦੀ। ਇਹ ਸਮਾਧ ਬੀਬੀ ਨੰਦ ਕਿਸ਼ੋਰੀ ਦੀ ਸਮਾਧ ਹੈ। ਨੰਦ ਕਿਸ਼ੋਰੀ ਮਲੇਰਕੋਟਲੇ ਤੋਂ ਸਨਾਮ ਦੀ ਲੜਕੀ ਸੀ, ਬੜੀ ਵਧਾ ਲੜਕੀ, ਭਾਈ ਮੂਲਚੰਦ ਸਾਹਿਬ ਦੀ ਸੇਵਾ ਕਰਿਆ ਕਰਦੀ ਸੀ। ਭਾਈ ਮੂਲਚੰਦ ਸਾਹਿਬ ਬਾਰੇ ਕਿਹਾ ਗਿਆ ਸੀਗਾ ਕਿ ਇਹ ਭਾਈ ਮੂਲਚੰਦ ਸਾਹਿਬ ਦੀ ਧਰਮ ਭੈਣ ਹੈ। ਗੰਗਾ ਰਾਮ ਜੀ ਨੇ ਬਚਨ ਕੀਤਾ ਸੀ ਭਾਈ ਮੂਲਚੰਦ ਸਾਹਿਬ ਨੂੰ ਕਿ ਤੂੰ ਨੰਦ ਕਿਸ਼ੋਰੀ ਦਾ ਕਿਹਾ ਨਹੀਂ ਮੋੜੇਗਾ। ਜਦੋਂ ਬਾਬਾ ਜੀ ਦਾ ਅੰਤਮ ਸਮਾਂ ਆਇਆ ਸੀ ਉਸ ਸਮੇਂ ਵੀ ਕਿਹਾ ਜਾਂਦਾ ਹੈ ਕਿ ਬੀਬੀ ਨੰਦ ਕਿਸ਼ੋਰੀ ਜੀ ਨੇ ਜਵਾਲਾ ਜੀ ਜਾਣ ਦੀ ਇੱਛਾ ਪ੍ਰਗਟਾਈ ਸੀ, ਨਾਲ ਸਤਲੁਜ ਪਾਰ ਜਾਣ ਤੋਂ ਰੋਕਿਆ ਗਿਆ ਸੀ। ਲੇਕਿਨ ਭਾਈ ਮੂਲਚੰਦ ਸਾਹਿਬ ਦੁਬਦਾ ਸੀ ਕਿ ਮੈਂ ਸਤਲੁਜ ਤੋਂ ਪਾਰ ਜਾਵਾਂ ਜਾਂ ਬੀਬੀ ਨੰਦ ਕਿਸ਼ੋਰੀ ਦਾ ਕਿਹਾ ਮੋੜਾਂ। ਲੇਕਿਨ ਕਿਹਾ ਸੀਗਾ ਕਿ ਗੁਰੂ ਹਿੱਤ ਜਾਨ ਕੁਰਬਾਨ ਕਰਨੀ ਜ਼ਰੂਰੀ ਹੈ, ਬੀਬੀ ਨੰਦ ਕਿਸ਼ੋਰੀ ਦਾ ਕਿਹਾ ਨਹੀਂ ਮੋੜਨਾ। ਬੀਬੀ ਨੰਦ ਕਿਸ਼ੋਰੀ ਅਧਿਆਤਮਿਕ ਖੇਤਰ ਦੇ ਵਿੱਚ ਬਹੁਤ ਪਹੁੰਚੀ ਹੋਈ ਔਰਤ ਸੀ, ਬਾਬਾ ਜੀ ਦੀ ਸੇਵਕਾ ਸੀ। ਅੱਜ ਇਹ ਬੀਬੀ ਦੀ ਸਮਾਧ ਕਰਕੇ ਜਾਣੀ ਜਾਂਦੀ ਹੈ। ਭਾਈ ਮੂਲਚੰਦ ਸਾਹਿਬ ਇਹਨਾਂ ਦੇ ਕਿਸੇ ਬਚਨ ਤੋਂ ਕੋਈ ਗੱਲ ਮੋੜਦੇ ਨਹੀਂ ਸੀਗੇ। ਭਾਈ ਮੂਲਚੰਦ ਜੀ ਇਹਨਾਂ ਦੀ ਹਮੇਸ਼ਾ ਹੀ ਖਿਦਮਤ ਵਿੱਚ ਰਿਹਾ ਕਰਦੇ ਸੀ। ਕਿਹਾ ਜਾਂਦਾ ਹੈ ਕਿ ਇੱਕ ਵਾਰ ਇਹਨਾਂ ਨੇ ਗੰਗਾ ਜੀ ਇਸ਼ਨਾਨ ਕਰਨ ਦੀ ਇੱਛਾ ਜ਼ਾਹਰ ਕੀਤੀ। ਭਾਈ ਮੂਲਚੰਦ ਨੇ ਕਿਹਾ ਕਿ ਮੈਂ ਇੱਥੇ ਹੀ ਗੰਗਾ ਲਿਆ ਦਿੰਦਾ, ਬਾਹਰ ਖੂਹ ਜਿਹੜਾ ਹੁਣ ਅਟਿਆ ਗਿਆ। ਕਹਿੰਦੇ ਨੇ ਕਿ 24 ਘੰਟੇ ਜਿੱਥੇ ਇੱਕ ਵਾਰ ਗੜਗੜਾਹਟ ਹੋਇਆ ਕਰਦੀ ਸੀ ਕਿ ਭਾਈ ਮੂਲਚੰਦ ਦੇ ਬਚਨਾਂ ਨਾਲ ਇੱਥੇ ਗੰਗਾ ਪ੍ਰਵੇਸ਼ ਕਰ ਗਈ ਸੀ। ਬੀਬੀ ਨੰਦ ਕਿਸ਼ੋਰੀ ਦੀ ਮਾਨਤਾ ਉਵੇਂ ਹੀ ਹੈ ਜਿਵੇਂ ਭਾਈ ਮੂਲਚੰਦ ਦੇ ਨਾਲ ਬਾਕੀ ਸਿੰਘਾਂ ਸਾਥੀਆਂ ਦੀ ਬਣ ਜਾਂਦੀ ਹੈ। ਦਰਬਾਰ ਭਾਈ ਮੂਲਚੰਦ ਸਾਹਿਬ ਦੇ ਵਿੱਚ ਮੁੱਖ ਪੂਜਾ ਸਥਾਨ ਸਮਾਧ ਭਾਈ ਮੂਲਚੰਦ ਸਾਹਿਬ ਹੈ। ਭਾਈ ਮੂਲਚੰਦ ਸਾਹਿਬ ਉੱਚ ਕੋਟੀ ਦੇ ਰੂਹਾਨੀ ਸੰਤ ਹੋਏ ਨੇ 18ਵੀਂ ਸਦੀ ਦੇ। ਭਾਈ ਮੂਲਚੰਦ ਸਾਹਿਬ ਜਦੋਂ ਬੀਬੀ ਨੰਦ ਕਿਸ਼ੋਰੀ ਦੇ ਕਹਿਣ ਤੇ ਲਾਟਾਂ ਵਾਲੀ ਜਵਾਲਾ ਜੀ ਦੀ ਯਾਤਰਾ ਲਈ ਗਏ ਸੀ ਤਾਂ ਰਸਤੇ 'ਚ ਲੁਟੇਰਿਆਂ ਨਾਲ ਲੜਦੇ ਹੋਏ ਜ਼ਖਮੀ ਹੋ ਗਏ ਸੀ ਬੁਰੀ ਤਰ੍ਹਾਂ ਨਾਲ। ਸੰਗਰੂਰ ਦੀ ਝਿੜੀ ਤੋਂ ਚੁੱਕ ਕੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਜਿੱਥੇ ਮੇਰੇ ਗੁਰੂ ਬ੍ਰਾਹਮਣ ਗੰਗਾ ਰਾਮ ਦੀ ਸਮਾਧ ਬਣੀ ਹੋਈ ਹੈ, ਮੇਰਾ ਸਰੀਰ ਜਿਹੜਾ ਹੈ ਉੱਥੇ ਲੈ ਜਾਓ। ਇੱਥੇ ਲਿਆ ਕੇ ਭਾਈ ਸਾਹਿਬ ਦਾ ਸੰਸਕਾਰ ਕੀਤਾ ਗਿਆ ਸੀ। ਨਵਨੀਤ ਰਾਏ ਗੁਰਬਖਸ਼ ਸਿੰਘ ਦੇਹਰਾ ਅਧੁਕ ਬਿਨਾਏ, ਭਾਈ ਮੂਲਚੰਦ ਜੋਤੀ ਜੋਤ ਸਮਾਏ। ਭਾਈ ਗੁਰਬਖਸ਼ ਜਿਹੜੇ ਨੇ ਉਹ ਭਾਈ ਮੂਲਚੰਦ ਦੇ ਸ਼ਿਸ਼ ਸੀ। ਨਵਨੀਤ ਰਾਏ ਭਾਈ ਸਾਹਿਬ ਦੇ ਭਤੀਜੇ ਸੀ। ਉਹਨਾਂ ਨੇ ਮੁੱਢਲੀ ਕਿਸਮ ਦੀ ਇਹਦੀ ਸਮਾਧ ਦੀ ਉਸਾਰੀ ਕਰਵਾਈ ਸੀ। ਬਾਅਦ ਵਿੱਚ ਬਾਬਾ ਆਲਾ ਸਿੰਘ, ਬਖਤਾ ਸਿੰਘ, ਮੁਹੰਮਦ ਸਾਹਿਬ, ਬਹੁਤ ਸਾਰੇ ਸਿੱਖ ਸਰਦਾਰਾਂ ਨੇ ਇਸ ਸਮਾਧ ਦਾ ਨਿਰਮਾਣ ਕਰਾਇਆ ਹੈ। ਸਮਾਧ ਆਪਣੇ ਆਪ ਦੇ ਵਿੱਚ ਭਵਨ ਨਿਰਮਾਣ ਕਲਾ ਦਾ ਅਜੂਬਾ ਹੀ ਨਹੀਂ, ਸਗੋਂ ਰੂਹਾਨੀ ਤਾਕਤ ਦਾ ਇੱਕ ਵੱਡਾ ਦਰਿਆ ਹੈ। ਜੋ ਵੀ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਉਹ ਇੱਥੋਂ ਆਪਣੀ ਮਨੋਕਾਮਨਾ ਪੂਰੀ ਕਰਦਾ ਹੈ। ਜੋ ਪ੍ਰੇਮ ਸਹਿਸ ਆਉਂਦਾ ਹੈ, ਜੋ ਸੁਖਣਾ ਸੁਖਦਾ ਹੈ, ਜੋ ਮਨੋਕਾਮਨਾ ਲੈ ਕੇ ਆਉਂਦਾ ਹੈ, ਭਾਈ ਸਾਹਿਬ ਹਮੇਸ਼ਾ ਉਹਦੇ ਅੰਗ ਸੰਗ ਨੇ। ਅੱਜ ਤੱਕ ਮੈਨੂੰ ਇੱਕ ਵੀ ਸ਼ਖਸ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਭਾਈ ਸਾਹਿਬ ਦੇ ਓੜ ਤੱਕੀ ਹੋਵੇ ਔਰ ਇਸ ਖੇਤਰ ਤੋਂ ਨਿਰਾਸ਼ ਮੁੜਿਆ ਹੋਵੇ। ਭਾਈ ਸਾਹਿਬ ਬਹੁਤ ਭੋਲੇ ਭਾਲੇ, ਬਹੁਤ ਦਿਆਲੂ ਪੁਰਸ਼ ਹੋਏ ਨੇ, ਕਲਿਆਣਕਾਰੀ ਪੁਰਸ਼ ਹੋਏ ਨੇ। ਇਹ ਸਮੱਗਰੀ ਪੁਰਾਤਨ ਸਮੇਂ ਭਾਈ ਮੂਲਚੰਦ ਸਾਹਿਬ ਦੇ ਸਮੇਂ ਦੀ ਮੰਨੀ ਜਾਂਦੀ ਹੈ। ਭਾਈ ਮੂਲਚੰਦ ਸਾਹਿਬ 18ਵੀਂ ਸਦੀ ਦੇ ਸੰਤ ਹੋਏ ਹਨ। ਨੀਚੇ ਅਸੀਂ ਦੇਖ ਰਹੇ ਹਾਂ ਭਾਈ ਸਾਹਿਬ ਦੇ ਪਵਿੱਤਰ ਜੋੜੇ, ਭਾਈ ਮੂਲਚੰਦ ਸਾਹਿਬ ਜਿਹੜੇ ਜੋੜੇ ਪਹਿਨਦੇ ਸੀ ਇਹ ਸਾਹਮਣੇ ਨਜ਼ਰ ਆ ਰਹੇ ਨੇ। ਨਾਲ ਹੀ ਬਾਬਾ ਭਾਈ ਮੂਲਚੰਦ ਸਾਹਿਬ ਦੀ ਪਵਿੱਤਰ ਚਾਦਰ ਹੈ ਉਸ ਸਮੇਂ ਦੀ। ਇਹ ਰਾਮ ਨਾਮੀ ਫੀਤਾ ਹੈ ਭਾਈ ਮੂਲਚੰਦ ਸਾਹਿਬ ਜਿਹੜਾ ਆਪਣੀ ਪੋਸ਼ਾਕ ਦੇ ਨਾਲ ਬੰਨਿਆ ਕਰਦੇ ਸੀ। ਭਾਈ ਮੂਲਚੰਦ ਸਾਹਿਬ ਦੀ ਪਵਿੱਤਰ ਕੇਸ ਇਸ ਡੱਬੀ ਦੇ ਸ਼ਸ਼ੋਭਤ ਨੇ। ਭਾਈ ਮੂਲਚੰਦ ਸਾਹਿਬ ਦੇ ਜਿਹੜੀ ਚਾਦਰ ਸੀ ਉਸ ਸਮੇਂ ਦਾ ਟੋਪ ਜਿਹੜਾ ਹੈ, ਨੀਚਲੇ ਖਾਨੇ ਦੇ ਵਿੱਚ ਭਾਈ ਸਾਹਿਬ ਦਾ ਪਵਿੱਤਰ ਸੰਖ ਜਿਹੜਾ ਹੈ, ਸੰਖ ਘੰਟਨ ਜਿਹੜੀ ਉਸ ਸਮੇਂ ਦੀ ਧੁਨੀ ਉਚਾਰਦੇ ਸੀ, ਨਾਲ ਖੜਾਮਾ ਸ਼ਸ਼ੋਭਤ ਨੇ। ਇਹ ਪੱਗ, ਕਮਰ ਕਸਾ, ਚੋਲਾ, ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਇਹ ਭਾਈ ਮੂਲਚੰਦ ਸਾਹਿਬ ਦੇ ਸਮੇਂ 'ਚ ਉਹ ਸੰਗਤ ਵੱਲੋਂ ਸੰਭਾਲ ਕੇ ਰੱਖੀਆਂ ਹੋਈਆਂ ਨੇ। ਅੱਜ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਨਾ ਕੇਵਲ ਉਸ ਸਮੇਂ ਦੇ ਪੁਸ਼ਾਕ ਜਾਂ ਸੰਤਾਂ ਮਹੰਤਾਂ ਦੇ ਜਿਹੜੇ ਪਹਿਰਾਵੇ ਸੀ ਉਹਨਾਂ ਦਾ ਅਨੁਮਾਨ ਲਾ ਸਕਦੇ ਹਾਂ, ਸਗੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਉਸ ਸਮੇਂ ਦੇ ਮਹਾਤਮਾ ਫਕੀਰ ਕੇਵਲ ਦਿੱਖ ਵੱਲ ਆਪਦਾ ਧਿਆਨ ਨਹੀਂ ਸੀ ਦਿੰਦੇ, ਸਗੋਂ ਆਪਣੀ ਰੂਹਾਨੀ ਤਾਕਤ ਸਦਕਾ ਲੋਕਾਂ ਦਾ ਕਲਿਆਣ ਕਰਦੇ ਸੀ।
ਇਹ ਸਮਾਧ ਰਾਣੀ ਦੀ ਸਮਾਧ ਕਰਕੇ ਜਾਣੀ ਜਾਂਦੀ ਹੈ। ਰਾਣੀ ਕਿਹਾ ਜਾਂਦਾ ਹੈ ਕਿ ਕਿਸੇ ਮੁਸਲਮਾਨ ਪਰਿਵਾਰ ਦੇ ਚੋਂ ਸੀ। ਸਮੁੱਚੇ ਕੰਪਲੈਕਸ ਨੂੰ ਜਦੋਂ ਅਸੀਂ ਦੇਖਦੇ ਹਾਂ, ਇਹਦੇ ਚ ਮੁਸਲਮਾਨੀ ਲਹਿਜਾ ਜਿਹੜਾ ਹੈ, ਮੁਸਲਮਾਨੀ ਭਵਨ ਨਿਰਮਾਣ ਕਲਾ ਦੀ ਸ਼ੈਲੀ ਜਿਹੜੀ ਹੈ ਉਹ ਵੱਧ ਝਲਕਦੀ ਹੈ। ਹਰ ਦੀਵਾਰ ਚੀਜ਼ ਦਾ ਜਿਹੜਾ ਦੱਖਣ ਵੱਲ ਨੂੰ ਮੂੰਹ ਰੱਖਣਾ, ਉਹਦੇ ਅੱਗੇ ਚਿਰਾਗ ਰੱਖਣ ਵਾਸਤੇ ਆਲੀਆਂ ਦਾ ਰੱਖੇ ਜਾਣਾ, ਇਹ ਸਾਰੀਆਂ ਗੱਲਾਂ ਇਹ ਸਾਬਤ ਕਰਦੀਆਂ ਨੇ ਕਿ ਇਹ ਮੁਸਲਮਾਨ ਸ਼ੈਲੀ ਦੇ ਵਿੱਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੁਸਲਮਾਨ ਬਾਦਸ਼ਾਹ ਨੇ, ਜਾਂ ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਭਾਈ ਮੂਲ ਚੰਦ ਸਾਹਿਬ ਪੁੱਤਰਾਂ ਦੀ ਬਖਸ਼ਿਸ਼ ਕਰਦੇ ਸੀ, ਉਹਨਾਂ ਸ਼ਰਧਾਲੂਆਂ ਵੱਲੋਂ ਇਹ ਸਾਰੇ ਕੁਝ ਦਾ ਨਿਰਮਾਣ ਬਣਾਇਆ ਗਿਆ। ਲੇਕਿਨ ਇਸ ਕੰਪਲੈਕਸ ਦੀ ਉਸਾਰੀ ਦੇ ਵਿੱਚ ਬਾਬਾ ਆਲਾ ਸਿੰਘ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਪਰ ਇਹ ਸਮਾਧ ਰਾਣੀ ਦੀ ਸਮਾਧ ਕਰਕੇ ਜਾਣੀ ਜਾਂਦੀ ਹੈ। ਇਸ ਰਾਜਾ ਰਾਣੀ ਕੌਣ ਸੀ, ਕਿਵੇਂ ਸੀ, ਇਹਦੇ ਬਾਰੇ ਸਾਨੂੰ ਹਾਲੇ ਇਤਿਹਾਸਕ ਤੱਥ ਪ੍ਰਾਪਤ ਨਹੀਂ ਹੁੰਦੇ। ਲੇਕਿਨ ਹਰ ਸ਼ਰਧਾਲੂ ਇਸ ਨੂੰ ਉਵੇਂ ਸਤਿਕਾਰ ਦਿੰਦਾ ਹੈ ਜਿਵੇਂ ਕੰਪਲੈਕਸ ਦੇ ਵਿੱਚ ਹੋਰ ਸਮਾਧਾਂ ਬਣੀਆਂ ਹੋਈਆਂ। ਇਹ ਸਮਾਧ ਭਾਈ ਗੁਰਬਖਸ਼ੀ ਦੀ ਮੰਨੀ ਜਾਂਦੀ ਹੈ। ਭਾਈ ਗੁਰਬਖਸ਼ ਜੀ ਭਾਈ ਮੂਲ ਚੰਦ ਸਾਹਿਬ ਨਾਲ ਦਤਾਰੀਆ ਵਜਾਇਆ ਕਰਦੇ ਸੀ। ਅੱਜ ਵੀ ਦਤਾਰੀਏ ਭਾਈ ਕੇ ਸਨਾਮ ਦੇ ਚ ਬਸਦੇ ਨੇ। ਭਾਈ ਮੂਲ ਚੰਦ ਸਾਹਿਬ ਨੇ ਜਿੱਥੇ ਬਾਬਾ ਗੰਗਾ ਰਾਮ ਦੀ ਸੰਤਾਨ ਨੂੰ ਮਾਣ ਸਨਮਾਨ ਦਿੱਤਾ ਹੈ, ਉੱਥੇ ਭਾਈ ਗੁਰਬਖਸ਼ ਦੀ ਸੰਤਾਨ ਨੂੰ ਵੀ ਉਤਨੀ ਮਾਣ ਸਨਮਾਨ ਦਿੱਤਾ ਹੈ। ਨਾਲ ਜਿਹੜੀ ਸਮਾਧ ਬਣੀ ਹੋਈ ਹੈ ਉਹ ਨੌ ਨੀਤ ਰਾਏ ਦੀ ਹੈ। ਇਹ ਗੁਰਬਖਸ਼ ਤੇ ਨੌ ਨੀਤ ਰਾਏ ਨੇ ਭਾਈ ਸਾਹਿਬ ਦੇ ਦਿਓਰੇ ਦਾ ਨਿਰਮਾਣ ਕੀਤਾ ਸੀ। ਸਾਖੀਆਂ ਬਨੂੜੀ ਦੀਆਂ ਸਾਖੀਆਂ ਲਿਖੀਆਂ ਨੇ ਜਿਹੜੀਆਂ, ਉਹਦੇ ਚ ਲਿਖਿਆ ਹੈ ਕਿ ਗੁਰਬਖਸ਼ ਸਿੰਘ ਨਵਨੀਤ ਰਾਏ ਦੇਰਾ ਅਧਿਕ ਬਣਾਏ, ਭਾਈ ਮੂਲ ਚੰਦ ਜੀ ਮੂਲ ਚੰਦ ਜੋਤੀ ਜੋਤ ਸਮਾਏ। ਇਹ ਦੋ ਉਹ ਸ਼ਖਸ ਨੇ ਜਿਨ੍ਹਾਂ ਨੇ ਭਾਈ ਮੂਲ ਚੰਦ ਸਾਹਿਬ ਦੀ ਸਮਾਧ ਦਾ ਮੁੱਢਲਾ ਨਿਰਮਾਣ ਕੀਤਾ ਹੋਇਆ। ਭਾਈ ਗੁਰਬਖਸ਼ ਜੀ ਬਾਬਾ ਮੂਲ ਚੰਦ ਦੇ ਚੇਲੇ ਸੀ। ਬਾਬਾ ਮੂਲ ਚੰਦ ਦੇ ਗੁਰੂ ਬ੍ਰਾਹਮਣ ਗੰਗਾ ਰਾਮ ਸੀ। ਇਸ ਕਰਕੇ ਇੱਕ ਵੱਖਰੀ ਪਰਿਪਾਟੀ ਹੈ ਜਿਹੜੀ ਗੁਰੂ ਚੇਲੇ ਦੇ ਨਾਂ ਨਾਲ ਚੱਲ ਰਹੀ ਹੈ। ਇਸ ਸਾਰੇ ਕੰਪਲੈਕਸ ਜਿਹੜਾ ਹੈ ਇਹਦਾ ਪ੍ਰਬੰਧ ਬ੍ਰਾਹਮਣ ਗੰਗਾ ਰਾਮ ਦੀ ਸੰਤਾਨ ਕਰਦੀ ਹੈ। ਇਹ 4 ਪੱਤੀਆਂ 'ਚ ਜਿਹੜੇ ਬਾਬਾ ਆਨੰਦ ਸਾਹਿਬ ਦੀ ਸੰਤਾਨ ਸੀ, ਦੌਲਤ ਰਾਮ, ਮੰਜੀ ਸਾਹਿਬ, ਸੀਤਲ ਸਿੰਘ ਤੇ ਮਨਸਾ ਸਿੰਘ, ਉਹਨਾਂ ਸਾਰੇ 4 ਪੱਤੀਆਂ 'ਚ ਵੰਡੇ ਹੋਏ ਲੋਕ ਨੇ ਜਿਹੜੇ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਇਹ ਸਾਰੇ ਦਾ ਪ੍ਰਬੰਧ ਕਰਦੇ ਨੇ। ਬਕਾਇਦਾ ਤੌਰ ਤੇ ਭਾਈ ਮੂਲ ਚੰਦ ਸਾਹਿਬ ਦੀ ਕਮੇਟੀ ਬਣੀ ਹੋਈ ਹੈ ਜਿਹਦੇ 'ਚ ਕਰਮਜੀਤ ਸਿੰਘ, ਸੁਖਦੇਵ ਸਿੰਘ, ਮੋਹਨ ਸਰੂਪ, ਹਰੀ ਸਿੰਘ, ਬਹੁਤ ਸਾਰੇ, ਅਮਰਜੀਤ ਜੋਸ਼ੀ, ਜੀਤ ਸਿੰਘ, ਇਹ ਸਾਰੇ ਇਸ ਤਰ੍ਹਾਂ ਦੀ ਕਮੇਟੀ ਜਿਹੜੀ ਹੈ ਉਹ ਕੋਈ ਇਲੈਕਸ਼ਨ ਨਾਲ ਨਹੀਂ, ਜਿਹੜੇ ਕੋਈ ਸ਼ਖਸ ਸੇਵਾ ਕਰਨਾ ਚਾਹੁੰਦੇ ਨੇ, ਜਿਸ ਤਰ੍ਹਾਂ ਦੀ ਪ੍ਰਵਿਰਤੀ ਰੱਖਦੇ ਨੇ, ਉਹ ਇਸ ਦੇ ਸੇਵਾਦਾਰ ਬਣਦੇ ਨੇ। ਲੇਕਿਨ ਮੁੱਖ ਪ੍ਰਬੰਧਕ ਇੱਥੇ ਬਾਰੀ ਵਾਲਾ ਹੁੰਦਾ ਹੈਗਾ ਜਿਹਨੇ ਆਪਣੇ ਸਾਰ ਚੀਜ਼ ਦਾ ਲੈਣ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ। ਅਜੀਬ ਕਿਸਮ ਦਾ ਸਟਰਕਚਰ ਹੈ ਇੱਥੇ, ਅਜੀਬ ਕਿਸਮ ਦੀਆਂ ਰਵਾਇਤਾਂ ਨੇ ਜਿਹੜੀਆਂ ਕਿਸੇ ਵੀ ਹੋਰ ਧਾਰਮਿਕ ਸਥਾਨ ਤੇ ਉਸ ਤਰ੍ਹਾਂ ਨਹੀਂ ਪਾਈਆਂ ਜਾਂਦੀਆਂ। ਇਹ ਸਥਾਨ ਭਾਈ ਮੂਲ ਚੰਦ ਸਾਹਿਬ ਜਿਹੜਾ ਬਾਬਾ ਗੰਗਾ ਰਾਮ ਨੇ ਉਹਨਾਂ ਦੀ ਸੰਤਾਨ ਦਾ ਬੈ ਖਰੀਦ ਰਕਬਾ ਹੈ। 400 ਖਸਰਾ ਨੰਬਰ ਦੇ ਵਿੱਚ ਪਹਿਲਾਂ ਹੋਇਆ ਕਰਦਾ ਸੀ, 6758 ਦੇ ਵਿੱਚ ਇਹ ਬਾਅਦ ਚ ਮਰਬੇਬੰਦੀ ਚ ਪਿਆ ਹੋਇਆ। ਰਾਮ ਧਨ ਤੇ ਠਾਕੁਰ ਦਾਸ ਪਹਿਲਾਂ ਇਹਦੇ ਮਾਲਕ ਹੋਇਆ ਕਰਦੇ ਸੀ। ਉਹਨਾਂ ਨੇ ਬ੍ਰਾਹਮਣ ਗੰਗਾ ਰਾਮ ਦੀ ਸੰਤਾਨ ਨੂੰ ਇਹ ਰਕਬਾ ਬੈ ਕਰ ਦਿੱਤਾ ਹੋਇਆ ਸੀ। ਇਸ ਕਰਕੇ ਇਹ ਭਾਈ ਮੂਲ ਚੰਦ ਸਾਹਿਬ ਦੇ ਆਪਣੇ ਪਿਤਰਾਂ ਦਾ ਸਥਾਨ ਹੈ। ਉਹਦੀ ਸੇਵਾ ਸੰਭਾਲ ਵੀ ਬ੍ਰਾਹਮਣ ਗੰਗਾ ਰਾਮ ਦੀ ਸੰਤਾਨ ਹੀ ਕਰ ਰਹੀ ਹੈ। ਭਾਈ ਮੂਲ ਚੰਦ ਦਾ ਸਥਾਨ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਅਜੀਬ ਅਜੂਬਾ ਹੈ। ਇਸ ਦੇ ਵਿੱਚ ਜਿਸ ਤਰ੍ਹਾਂ ਧਾਰਮਿਕ ਸਮਾਧਾਂ ਤੇ ਪੂਰਾ ਜ਼ੋਰ ਦਿੱਤਾ ਹੋਇਆ ਹੈ, ਉੱਥੇ ਭਾਈ ਮੂਲ ਚੰਦ ਸਾਹਿਬ ਦਾ ਅਜੀਬ ਕਿਸਮ ਦਾ ਬਗੀਚਾ ਜਿੱਥੇ ਬਨਸਬਨੇ ਪੰਛੀ, ਬਨਸਬਨੇ ਜਾਨਵਰ ਕਲੋਲਾਂ ਕਰਦੇ ਨੇ, ਖੇਲਦੇ ਨੇ, ਪਲਦੇ ਨੇ, ਸ਼ਰਧਾਲੂ ਦਾਣੇ ਪਾਉਂਦੇ ਨੇ, ਸ਼ਰਧਾਲੂ ਜਦੋਂ ਦੇਖਦੇ ਨੇ ਆਨੰਦ ਮਾਣਦੇ ਨੇ। ਇੱਥੇ ਚਾਹੁੰਦੇ ਤਾਂ ਕੋਈ ਫਲਦਾਰ ਬੂਟੇ ਵੀ ਲਾਏ ਜਾ ਸਕਦੇ ਸੀ, ਲੇਕਿਨ ਫਲਦਾਰ ਬੂਟਿਆਂ ਤੇ ਜਦੋਂ ਜਾਨਵਰ ਆਉਂਦੇ ਸੀ ਤਾਂ ਮਾਲਕਾਂ ਨੇ ਉਹਨਾਂ ਨੂੰ ਵਰਜਣਾ ਸੀ। ਇਸ ਲਈ ਭਾਈ ਸਾਹਿਬ ਦਾ ਇਨਮਾਨ ਹੈ ਕਿ ਇੱਥੇ ਉਹ ਜਾਨਵਰ ਪਾਲਣ ਜਿਹੜੇ ਬਿਲਕੁਲ ਪ੍ਰਕਿਰਤੀ ਦੇ ਵਿੱਚ ਰਹਿੰਦੇ ਨੇ। ਅਸੀਂ ਸਾਹਮਣੇ ਮੋਰ ਦਾ ਆਨੰਦ ਮਾਣ ਰਹੇ ਹਾਂ ਜੋ ਕੌਮੀ ਜਾਨਵਰ ਹੈ। ਇਸ ਥਾਂ ਤੇ ਮੋਰ, ਚਮਗਿੱਦੜ, ਘੁੱਗੀਆਂ, ਗਟਾਰਾਂ, ਚਿੜੀਆਂ ਚੀ 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 ਹੁੰਦੀ ਹੈ। ਨਿੰਮਾਂ ਦੀਆਂ ਉੱਪਰ ਘੁੰਮਣ ਘੇਰੀਆਂ, ਗਰਮੀ ਸਤਾਵੇ ਨਾ। ਇੱਥੇ ਠੰਡਾ ਬੁੱਲਾ ਪਾਉਣ ਦਾ ਜਦੋਂ ਆਉਂਦਾ ਹੈ ਤਾਂ ਆਪਣੇ ਕਿਸਮ ਦੀਆਂ ਸੁਗੰਧਾਂ ਖਿਲਾਰਦਾ ਹੈ। ਗੰਢ ਜੋੜੇ ਦੀ ਸੁੱਖ ਦਿੱਤੀ ਜਾਂਦੀ ਹੈ, ਪੁੱਤਰ ਦੀ ਸੁੱਖ ਦਿੱਤੀ ਜਾਂਦੀ ਹੈ। ਜੋ ਕੋਈ ਮਨੋਕਾਮਨਾ ਲੈ ਕੇ ਆਉਂਦਾ ਹੈ ਉਹ ਹਰ ਤਰ੍ਹਾਂ ਨਾਲ ਪੂਰੀ ਹੁੰਦੀ ਹੈ। ਝੜੀ ਜਿਹੜੀ ਹੈ ਉਹ ਭਾਈ ਮੂਲ ਚੰਦ ਸਾਹਿਬ ਦੀ ਮੌਜ ਮਸਤੀ, ਜਿਹੜਾ ਮਸਤ ਬਹਾਰ ਹੈ, ਪ੍ਰਾਕਿਰਤਿਕ ਜੀਵਨ ਦਾ ਇੱਕ ਪ੍ਰਤੀਕ ਹੈ ਕਿ ਭਾਈ ਮੂਲ ਚੰਦ ਸਾਹਿਬ ਪ੍ਰਾਕਿਰਤਿਕ ਜੀਵਨ ਜੀਣ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਕਿਸੇ ਕਿਸਮ ਦੇ ਸੰਸਥਾਈ ਬੰਧਨਾਂ 'ਚ ਉਹ ਨਹੀਂ ਸੀ ਵੱਜਦੇ।
ਉਹ ਉਹਦੇ ਕੁਦਰਤ ਦੇ ਅੱਲਾਹ ਦੇ ਨਜ਼ਦੀਕ ਰਹਿਣ ਵਾਲੇ ਫਕੀਰ ਹੋਏ ਨੇ, ਇਲਾਹੀ ਫਕੀਰ। ਉਹਨਾਂ ਨੂੰ ਨਤਮਸਤਕ ਹਾਂ ਅਸੀਂ ਸਾਰੇ। ਗੱਡੀ ਮੇਰੀ ਬਾਹਰ ਖੜੀ ਹੈ ਨਵੀਂ ਸਟਾਰਟ ਕਰਕੇ। ਉਹ ਯਾਰ ਭਾਈ ਕਹਿੰਦਾ ਤੇਰਾ ਹੈ ਤਾਂ ਵੱਡਾ, ਪਹਿਲਾਂ ਵੱਡੇ ਤੇ ਫਿਰ ਛੋਟੇ ਹੋ ਗਏ ਪਾਣੀ। ਬ੍ਰਾਹਮਣ ਗੰਗਾ ਰਾਮ ਦੀ ਸੰਤਾਨ ਬਾਰੇ ਭਾਈ ਸੰਤੋਖ ਸਿੰਘ, ਭਾਈ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖਾਲਸਾ ਦੇ ਹੈ ਕਿ ਇਹ ਸੰਤਾਨ ਦੇ ਵਿੱਚ ਬਹੁਤ ਸਾਰੇ ਲਾਇਕ ਬੰਦੇ ਹੋਏ ਨੇ। ਸਭ ਤੋਂ ਪਹਿਲਾਂ ਭਾਈ ਰਾਮ ਸਿੰਘ ਦਾ ਨਾਮ ਆਉਂਦਾ ਹੈ, ਜਿਹੜੇ ਅਸੀਂ ਲਿਖਦੇ ਚ ਲਿਆਉਂਦੇ ਹਾਂ। ਭਾਈ ਰਾਮ ਸਿੰਘ ਇਸ ਖਾਨਦਾਨ ਦੇ ਨਹੀਂ ਕੇਵਲ ਸਗੋਂ ਪਟਿਆਲਾ ਸਟੇਟ ਦੇ ਪਹਿਲੇ ਗ੍ਰੈਜੂਏਟ ਹੋਏ ਨੇ। ਰੈਜ਼ੀਡੈਂਸੀ ਕਾਲਜ ਕਲਕੱਤਾ ਤੋਂ 1775 ਈਸਵੀ ਦੇ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ। ਉਹਨਾਂ ਦੇ ਭਰਾ ਭੋਲਾ ਸਿੰਘ ਦੂਜੇ ਗ੍ਰੈਜੂਏਟ ਸੀ, ਉਹ DPI ਰਹੇ ਨੇ। ਪਟਿਆਲਾ ਸਟੇਟ ਦਾ ਪਹਿਲਾ ਐਜੂਕੇਸ਼ਨ ਕੋਡ ਉਹਨਾਂ ਦਾ ਬਣਾਇਆ ਹੋਇਆ ਹੈ। ਆਨੰਦ ਸਰੂਪ ਉਹਨਾਂ ਦੇ ਬੇਟੇ ਸੀ, ਉਹ ਨਾਜ਼ਮ ਰਹੇ ਨੇ ਮਾਨਸਾ ਦੇ ਵਿੱਚ। ਜਸਟਿਸ ਮਹਿੰਦਰ ਸਿੰਘ ਜੋਸ਼ੀ ਦਿੱਲੀ ਹਾਈ ਕੋਰਟ ਦੇ ਜੱਜ ਰਹੇ ਨੇ। ਪਟਿਆਲਾ ਸਟੇਟ ਹਾਈ ਕੋਰਟ ਦੇ ਰਜਿਸਟਰਾਰ ਤੋਂ ਲਾ ਕੇ ਉਹਨਾਂ ਨੇ ਬਹੁਤ ਉੱਚੀ ਪਦਵੀ ਪ੍ਰਾਪਤ ਕੀਤੀ ਹੈ। ਜਦੋਂ ਪੁਰਾਤਨ ਸਮੇਂ ਦੇ ਵਿੱਚ ਜਨਤਾ ਸਰਕਾਰ ਮਰਾਰਜੀ ਦੇਸਾਈ ਵੇਲੇ ਦੀ ਸਰਕਾਰ ਸੀ ਤਾਂ ਇੰਦਰਾ ਗਾਂਧੀ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਤੇ ਜਦੋਂ ਕੇਸ ਚਲਾਇਆ ਗਿਆ ਸੀ ਤਾਂ ਇਹ ਕਲਾਸ ਕੋਰਟ ਦੇ ਮਹਿੰਦਰ ਸਿੰਘ ਜੋਸ਼ੀ ਇੰਚਾਰਜ ਹੋਇਆ ਕਰਦੇ ਸੀ। ਉਹਨਾਂ ਦੀ ਅਦਾਲਤ ਦੇ ਵਿੱਚ ਇੰਦਰਾ ਗਾਂਧੀ ਪੇਸ਼ ਹੋਈ ਸੀ। ਅਮਰੀਕਾ, ਇੰਗਲੈਂਡ ਵਰਗੇ ਜਿਹੜੇ ਰੇਡੀਓ ਟੈਲੀਵਿਜ਼ਨ ਸੀ ਉੱਥੋਂ ਉਹਨਾਂ ਨੇ ਚਰਚਾ ਕੀਤਾ ਸੀ। ਬਹੁਤ ਸਾਰੇ ਹੋਰ ਉੱਚ ਕੋਟੀ ਦੇ ਮੇਰੇ ਨਜ਼ਦੀਕ ਵਾਸਦੇਵ ਜੀ ਬੈਠੇ ਹੋਏ ਨੇ, ਮੈਥਮੈਟਿਕਸ ਦੇ ਸੀ। ਇਹਨਾਂ ਦੇ ਸ਼੍ਰੀਮਤੀ ਬਲਜਿੰਦਰ ਕੌਰ ਜੋਸ਼ੀ ਜਿਹੜੇ ਨੇ ਉਹ ਬਠਿੰਡਾ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਰਹੇ ਹੋਏ ਨੇ। ਇਸੇ ਤਰ੍ਹਾਂ ਅੱਜ ਸਾਡੇ ਨਾਲ ਮਿਲਾਪ ਹੋਇਆ ਸੀ ਸੁਖਵਿੰਦਰ ਜੋਸ਼ੀ SMO ਰਹੇ ਹੋਏ ਨੇ, ਉਹ ਬੁਲਾਡਾ ਬਠਿੰਡਾ ਦੇ ਵਿੱਚ ਕਿਲੋਆਂ ਦੇ ਹਿਸਾਬ ਦੇ ਨਾਲ ਰਸੌਲੀਆਂ ਕੱਢਣ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਮਹਾਰਤ ਬਣੀ ਹੋਈ ਹੈ। ਜਸਟਿਸ ਮਹਿੰਦਰ ਸਿੰਘ ਜੋਸ਼ੀ ਦੇ ਪੁੱਤਰ ਪ੍ਰੀਤਿੰਦਰ ਜੋਸ਼ੀ ਅੱਜ ਕੱਲ੍ਹ ਡੇਰਾ ਬਿਆਸ ਦੇ ਵਿੱਚ ਨੇ, ਉਹ ਬਿਰਲਾ ਇੰਸਟੀਟਿਊਸ਼ਨ ਦੇ ਵਿੱਚ ਹੋਇਆ ਕਰਦੇ ਸੀ। ਤਾਂ ਕਹਿੰਦੇ ਨੇ ਕਿ ਜਦੋਂ ਉੱਥੋਂ ਇੰਸਟੀਟਿਊਸ਼ਨ ਛੱਡ ਕੇ ਉਹ ਡੇਰਾ ਬਿਆਸ ਪਹੁੰਚੇ ਤਾਂ ਬਿਰਲਾ ਇੰਸਟੀਟਿਊਸ਼ਨ ਦਾ ਪ੍ਰਬੰਧਕ ਹੈਰਾਨ ਸੀ ਕਿ ਬਿਰਲੇ ਨੂੰ ਛੱਡ ਕੇ ਕਿੱਥੇ ਜਾ ਰਹੇ ਨੇ। ਉਹ ਸ਼ਾਇਦ ਸ਼ਖਸ ਨਹੀਂ ਸੀ ਜਾਣਦਾ ਕਿ ਬ੍ਰਾਹਮਣ ਗੰਗਾ ਰਾਮ ਦੀ ਸੰਤਾਨ ਜਿਹੜੇ ਮਹਿੰਗੇ ਮੁੱਲ ਖਰੀਦਿਆ ਬਾਜਰਾ ਦਾਨ ਕਰਕੇ ਆ ਗਏ ਸੀ, ਉਹ ਇਸ ਪਦਾਰਥਕ ਯੁੱਗ ਦੇ ਵਿੱਚ ਕਿਸੇ ਕਿਸਮ ਦੀਆਂ ਪਦਾਰਥਕ ਲਾਲਸਾਵਾਂ ਦੇ ਪਿੱਛੇ ਨਹੀਂ, ਸਗੋਂ ਨਿਸ਼ਕਾਮ ਭਾਵੀ ਸੇਵਾ ਦੇ ਪਿੱਛੇ ਜਾਂਦੇ ਨੇ। ਇਸੇ ਤਰ੍ਹਾਂ ਕੁਲਪਤੀ ਜੀ ਆਯੁਰਵੈਦਿਕ ਦੇ ਵਿੱਚ ਉਹਨਾਂ ਦੇ ਬੇਟੇ ਅਮਰਦੀਪ ਜੋਸ਼ੀ ਨੇ, ਜਿਹੜੇ ਉਹਨਾਂ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਗਰੀਕਲਚਰ ਦੇ ਵਿੱਚ PhD ਕੀਤੀ ਹੋਈ ਹੈ। ਮਹਿੰਦਰ ਸਿੰਘ ਜੋਸ਼ੀ ਜੋ ਅਮਰਿੰਦਰ ਸਰਕਾਰ ਵੇਲੇ ਡਿਪਟੀ ਐਡਵੋਕੇਟ ਜਨਰਲ ਰਹੇ ਨੇ, ਉਹਨਾਂ ਦਾ ਬੇਟਾ ਸੁਪਰੀਮ ਕੋਰਟ ਦੇ ਵਿੱਚ ਐਡਵੋਕੇਟ ਹੈ। ਦਾਸ ਜਿਹੜਾ ਹੈ ਉਹ ਇੱਕ ਡੰਗਰਚਾਰ ਦਾ, ਪਸ਼ੂਚਾਰ ਦਾ ਪਾਲੀ ਹੋਣ ਤੋਂ ਬਾਅਦ MA MPhil PhD ਕਰਨ ਤੋਂ ਬਾਅਦ ਯੂਨੀਵਰਸਿਟੀ ਦੀ ਹੈਡਸ਼ਿਪ ਨਿਭਾ ਚੁੱਕਿਆ ਹੋਇਆ। ਇਹ ਸਾਡੀ ਸਾਰੀ ਦੀ ਸਾਰੀ ਜਿਹੜੀ ਇਸ ਤਰ੍ਹਾਂ ਦੀ ਕੋਈ ਸੇਵਾ ਹੈ ਉਹ ਸਿਰਫ ਭਾਈ ਮੂਲਚੰਦ ਸਾਹਿਬ ਕਰਕੇ ਹੈ, ਕਿਉਂਕਿ ਭਾਈ ਮੂਲਚੰਦ ਸਾਹਿਬ ਨੂੰ ਵੱਡੇ ਵੱਡੇ ਵਿਦਵਾਨ ਇਹ ਮੰਨਦੇ ਸੀ ਕਿ ਉਹ ਆਪਣੇ ਸਮੇਂ ਦਾ ਸੰਤ ਸ਼੍ਰੋਮਣੀ ਹੈ, ਲੇਕਿਨ ਭਾਈ ਮੂਲਚੰਦ ਸਾਹਿਬ ਬਾਰ-ਬਾਰ ਨਿਮਰਤਾ ਨਾਲ ਕਹਿੰਦੇ ਸੀ ਕਿ ਮੈਂ ਗੁਲਾਮ ਹੂੰ ਗੰਗਾ ਰਾਮਾ, ਤਿਸਕੀ ਕੁਲ ਮੈਂ ਕਰੂੰ ਆਰਾਮਾ, ਜੋ ਸੰਤਾਨ ਬਾਬੇ ਕੀ ਹੋਈ ਤਿਸ ਸੇਵੇ ਸਭ ਕੋਈ। ਜਾਂ ਉਹ ਕਹਿੰਦੇ ਸੀ ਕਿ ਗੰਗਾ ਰਾਮ ਕੀ ਕੁਲ ਵਿਖੇ ਮੁਝ ਜਾਣੇ ਸਭ ਕੋਏ। ਇਸ ਸੰਤਾਨ ਦੇ ਵਿੱਚ ਉਸ ਮਹਾਪੁਰਸ਼ ਦਾ ਅਕਸ ਹੈ। ਜਿਵੇਂ ਜਿਵੇਂ ਇਹ ਇਸ ਦੇ ਪਿਆਰ ਦੇ ਨਾਲ ਗੁੜੰਦ ਰਹਿਣਗੇ, ਇਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ, ਇਹ ਮੇਰੀ ਕਾਮਨਾ ਹੈ। ਨਾ ਹੈ ਕਿਸੇ ਮੰਦਿਰ ਦੇ, ਨਾ ਹੈ ਕਿਸੇ ਡੇਰੇ ਦੇ, ਨਾ ਹੈ ਕਿਸੇ ਗੁਰਦੁਆਰੇ ਦੇ, ਨਾ ਹੈ ਕਿਸੇ ਸਮਾਧ ਦੇ, ਨਾ ਜਿਹੜਾ ਮਾਲਕ ਹੈ ਉਸੇ ਦੀ ਹੈ।
ਜੋ ਆ ਕੇ ਤਾਂ ਉਹਨਾਂ ਦੀ ਆਪਾਂ ਬੈਠੇ ਰੱਖ ਲਈਏ, ਲੇਕਿਨ ਇਹਦਾ ਡਾਕੂਮੈਂਟਸ ਉਹ ਮਿਲ ਗਏ ਕਰਦੇ ਇਹ ਇੰਤਕਾਲ ਹੋਇਆ ਇੰਤਕਾਲ ਦੀ ਕਾਪੀ ਲੱਗ ਗਈ। ਹੁਣ ਕਿਸੇ ਕੋਲੇ ਵੀ ਇਹ ਨਹੀਂ, ਜੇ ਤਾਂ ਉਹ ਦੇਖਦੇ ਨੇ ਸ਼ਡਿਊਲ 2 ਚ ਆਇਆ ਹੋਇਆ 2 ਸੂਚੀਆਂ ਤੁਸੀਂ ਇਤਰਾਜ਼ ਕਿਉਂ ਨਾ ਕੀਤਾ।